ਜਥੇਦਾਰ ਬਾਬਾ ਰਾਜ ਸਿੰਘ ਰਾਜਾ ਉਹਨਾਂ ਦੇ ਰੂਬਰੂ ਕਰਾ ਰਹੇ ਹਾਂ ਤੁਹਾਨੂੰ। ਆਓ ਜੀ ਤੁਹਾਡੀ ਗੱਲਬਾਤ ਕਰਾਉਂਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਤੇ ਅੱਜ ਜੋ ਆਪ ਜੀ ਉੱਥੋਂ ਜਿੱਤ ਕੇ ਵਾਪਸ, ਜੰਗ ਜਿੱਤ ਕੇ, ਅਸੀਂ ਜੰਗ ਹੀ ਕਹਾਂਗੇ, ਜੰਗ ਜਿੱਤ ਕੇ ਵਾਪਸ ਆਏ ਹੋ ਤੇ ਅੱਜ ਤੁਸੀਂ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੋਗੇ? ਦੇਖੋ, ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਉੱਥੇ ਖਾਲਸਾ ਪੰਥ ਗਿਆ ਸੀ, ਜਦੋਂ ਕਿਸਾਨਾਂ ਨੇ ਉੱਥੇ ਮੋਰਚਾ ਲਾਤਾ 26 ਨਵੰਬਰ ਨੂੰ 2020 ਦੇ ਵਿੱਚ, ਤੇ ਫਿਰ ਸੰਗਤਾਂ ਨੇ ਜਦੋਂ ਅਪੀਲਾਂ ਕੀਤੀਆਂ ਵੀ ਨਿਹੰਗ ਸਿੰਘ ਵੀ ਇੱਥੇ ਘੋੜ ਸਵਾਰ ਚਾਹੀਦੇ ਨੇ, ਤੇ ਫਿਰ ਉਦੋਂ ਫਿਰ ਸਿੰਘ ਖਾਲਸਾ ਪੰਥ ਗਿਆ। ਸਾਰੇ ਦਲ ਪੰਥ ਜਿੰਨੇ ਵੀ ਸੀ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਬਾਬਾ ਮਾਨ ਸਿੰਘ ਜੀ 96 ਕਰੋੜੀ, ਤਰਨਾ ਦਲ ਦੇ ਸਿੰਘ ਸਾਹਿਬ ਬਾਬਾ ਚੜ੍ਹਤ ਸਿੰਘ ਜੀ, ਅਰਬਾ ਖਰਮਾ ਤਰਨਾ ਦਲ ਦੇ ਸਿੰਘ ਸਾਹਿਬ ਬਾਬਾ ਨਰਾਇਣ ਸਿੰਘ ਜੀ, ਤਰਨਾ ਦਲ ਦੇ ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ, ਤਰਨਾ ਦਲ ਦੇ ਸਿੰਘ ਸਾਹਿਬ ਬਾਬਾ ਗੁਰਸੇਵਕ ਸਿੰਘ ਜੀ, ਤਰਨਾ ਦਲ ਦੇ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ ਮੜੀਆਂ ਵਾਲੇ, ਤਰਨਾ ਦਲ ਦੇ ਬਾਬਾ ਧੀਰਾ ਸਿੰਘ ਜੀ, ਹੋਰ ਵੀ ਉੱਥੇ ਬਾਬਾ ਬਲਵਿੰਦਰ ਸਿੰਘ ਜੀ ਆਪਣੇ ਉਡਣਾ ਦਲ ਵਾਲੇ, ਉਹ ਵੀ ਬਾਅਦ ਦੇ ਵਿੱਚ ਆਏ ਨੇ। ਤੇ ਨਾਲ ਹੀ 26 ਜਨਵਰੀ ਤੱਕ ਭਾਈ ਗੁਰਦੀਪ ਸਿੰਘ ਜੀ ਤਰਨਾ ਦਲ ਦੇ ਮੁਖੀ ਰਹੇ ਨੇ, ਉਹ ਵੀ ਉੱਥੇ 26 ਜਨਵਰੀ ਤੱਕ ਰਹੇ ਨੇ। ਇਹ ਸਾਰੀਆਂ ਜਥੇਬੰਦੀਆਂ ਉੱਥੇ ਪਹੁੰਚ ਗਈਆਂ ਆਪੋ ਆਪਣੇ ਘੋੜ ਸਵਾਰਾਂ ਦੇ ਨਾਲ, ਤੇ ਉੱਥੇ ਬੈਠ ਕੇ ਅਸੀਂ ਇੱਕ ਸਾਲ ਕਿਸਾਨਾਂ ਦੀ ਢਾਲ ਬਣੇ ਆ। ਜੇ ਕੋਈ ਕਿਸਾਨਾਂ ਦੇ ਉੱਤੇ ਹਮਲਾ ਹੁੰਦਾ ਸੀ ਬਾਹਰ ਹੀ, ਉਹਨੂੰ ਖਾਲਸਾ ਪੰਥ ਰੋਕਦਾ ਸੀ। ਨਿਹੰਗ ਸਿੰਘ ਫੌਜਾਂ 26 ਜਨਵਰੀ ਨੂੰ ਜਦੋਂ ਸਾਰੇ ਕਿਸਾਨਾਂ ਨੇ ਕਾਲ ਦਿੱਤੀ ਵੀ ਦਿੱਲੀ ਜਾਣਾ ਹੈ, ਉੱਥੇ ਨਿਹੰਗ ਸਿੰਘ ਫੌਜਾਂ ਵੀ ਮੂਹਰੇ ਹੋ ਕੇ ਤੁਰੀਆਂ। ਲਾਲ ਕਿਲੇ ਤੇ ਵੀ ਨਿਸ਼ਾਨ ਸਾਹਿਬ ਚਲਾਏ ਗਏ। ਤੇ ਨਾਲ ਹੀ ਫਿਰ 29 ਤਰੀਕ ਨੂੰ 29 ਜਨਵਰੀ ਨੂੰ ਜਦੋਂ ਵੱਡਾ ਹਮਲਾ ਹੋਇਆ, ਸਿੰਘੂ ਬਾਰਡਰ ਦੀ 2 ਨੰਬਰ ਸਟੇਜ 'ਤੇ ਕਿਸਾਨ ਸੰਘਰਸ਼ ਜਿਹੜੀ ਕਮੇਟੀ ਆ, ਉਹ ਸਟੇਜ ਦੇ 2 ਨੰਬਰ 'ਤੇ ਉੱਥੇ RSS BJP ਦੇ ਜਿਹੜੇ ਗੁੰਡੇ ਸੀ ਪੁਲਿਸ ਨਾਲ ਰਲ ਕੇ ਚੜ੍ਹ ਕੇ ਆਏ, ਉੱਥੇ ਕਿਸਾਨਾਂ ਨੂੰ ਵੀ ਕੁੱਟਿਆ ਗਿਆ ਤੇ ਤੰਬੂ ਵੀ ਪੱਟਣ ਲੱਗ ਪਏ। ਹੋਰ ਵੀ ਉਹਨਾਂ ਨੇ ਵੱਡਾ ਹਮਲਾ ਕੀਤਾ। ਫਿਰ ਉਦੋਂ ਨਿਹੰਗ ਸਿੰਘ ਫੌਜਾਂ ਨੇ ਪਹੁੰਚ ਕੇ ਸਾਰਾ ਕੁਛ ਆਪ ਨੇ ਦੇਖਿਆ ਵਾ, ਕਿਸ ਤਰ੍ਹਾਂ ਉੱਥੇ ਢਾਲ ਬਣੇ। ਨਿਹੰਗ ਸਿੰਘਾਂ ਨੇ ਰੋਕਿਆ, ਉਹਨਾਂ ਨੂੰ ਕੁੱਟ ਕੇ ਤਾਂ ਬੱਲੇ ਐਸਾ ਉਹਨਾਂ ਨੂੰ ਮਾਰ ਮਾਰੀ ਕਿ ਮੁੜ ਜਿੱਤਣ ਤੱਕ ਉਹਨਾਂ ਨੇ ਕੋਈ ਐਸੀ ਕਾਰਵਾਈ ਨਹੀਂ ਪਾਈ ਕਿ ਮੁੜ ਉਹਨਾਂ ਨੇ ਮੂੰਹ ਕੀਤਾ ਹੋਵੇ, ਚਾਹੇ ਗਾਜ਼ੀਪੁਰ ਬਾਰਡਰ ਹੋਵੇ, ਚਾਹੇ ਇੱਥੇ ਸਿੰਘੂ ਬਾਰਡਰ ਹੋਵੇ, ਚਾਹੇ ਟਿਕਰੀ ਬਾਰਡਰ ਹੋਵੇ, ਚਾਹੇ ਸ਼ਾਹਜਹਾਂ। ਅਤੇ ਇਸ ਕਰਕੇ ਖਾਲਸਾ ਪੰਥ ਢਾਲ ਬਣ ਕੇ ਰਿਹਾ। ਅਤੇ ਉਸ ਤੋਂ ਬਾਅਦ ਇੱਕ ਹੋਰ ਵੱਡਾ ਹਮਲਾ ਹੋਇਆ, ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਸਰਬਰੋਹ ਗ੍ਰੰਥ ਦੀ ਕੀਤੀ ਆ, ਉਹਨੂੰ ਦੁਸ਼ਟ ਨੂੰ ਝਟਕਾਇਆ ਗਿਆ ਮੌਕੇ 'ਤੇ। ਇਹ ਵੀ ਇੱਕ ਜਿਹੜਾ ਨਿਹੰਗ ਸਿੰਘ ਫੌਜਾਂ ਨੇ ਵੱਡਾ ਇੱਕ ਜਿਹੜੀ ਜਿੱਤ, ਉਹ ਵੀ ਇਹ ਜਿਹੜੀ ਪੱਗ ਡਿੱਖੀ ਸੀ, ਵਾਰ-ਵਾਰ ਬੇਅਦਬੀਆਂ ਹੁੰਦੀਆਂ ਸੀਗੀਆਂ, ਕਿਤੇ ਉੱਥੇ ਹੋ ਗਿਆ ਅੱਗ ਲਾਤੀ, ਕਿਤੇ ਗੁਰੂ ਸਾਹਿਬ ਦੇ ਅੰਗ ਪਾੜ 'ਤੇ ਨਿੱਤ ਕੋਈ ਨਾ ਕੋਈ ਖਬਰ ਸੁਣਨ ਨੂੰ ਮਿਲੀ ਦੀ ਸੀ। ਹਾਲਾਂਕਿ ਜਿਹੜਾ ਸਾਡਾ ਤਖ਼ਤ ਆ, ਦੁਸ਼ਟ ਲੋਕਾਂ ਨੇ ਸ੍ਰੀ ਕੇਸਗੜ੍ਹ ਸਾਹਿਬ ਨੂੰ ਨਹੀਂ ਬਖਸ਼ਿਆ। ਉੱਥੇ ਵੀ ਜਿਹੜੇ ਸ਼੍ਰੋਮਣੀ ਕਮੇਟੀ ਆ, ਜਿਨ੍ਹਾਂ ਨੇ ਉਹ ਬੰਦੇ ਨੂੰ ਫੜਿਆ, ਦੁਸ਼ਟ ਨੂੰ ਕੋਲੇ ਅੱਧਾ ਪੌਣਾ ਘੰਟੇ ਬਿਠਾ ਕੇ ਰੱਖਿਆ, ਉਹਨੂੰ ਕੁਝ ਨਹੀਂ ਕਿਹਾ, ਅਤੇ ਹੱਕ ਉੱਥੇ ਬਣਦਾ ਸੀ ਝਟਕਾਉਣ ਦਾ। ਉਸ ਦੁਸ਼ਟ ਨੂੰ ਜੇ ਉੱਥੇ ਸੋਧਿਆ ਹੁੰਦਾ, ਹੋ ਸਕਦਾ ਵੀ ਸਿੰਘੂ ਬਾਰਡਰ ਨਾਲ ਨਾ ਘਟਨਾ ਵਾਪਰਦੀ। ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਦੀ ਜਾਂ ਗੁਰੂ ਸਾਹਿਬ ਦੇ ਕੋਈ ਵੀ ਚੀਜ਼ ਦੀ ਬੇਅਦਬੀ ਕਰਦਾ, ਚਾਹੇ ਉਹ ਤਖ਼ਤ 'ਤੇ ਜਾ ਕੇ ਬੇਅਦਬੀ ਕੀਤੀ ਆ, ਤਾਂ ਕੀ ਤਖ਼ਤ 'ਤੇ ਮੌਜੂਦ ਨਹੀਂ ਸੀਗੀ ਉੱਥੇ ਦੀ ਪ੍ਰਬੰਧਕ ਕਮੇਟੀ? ਉੱਥੇ ਸਾਰਾ ਕੁਝ ਮੌਜੂਦ ਸੀ। ਉਹਨਾਂ ਨੇ ਫੜਿਆ, ਬਸ ਤੁਹਾਨੂੰ ਦੱਸਿਆ ਵੀ ਉਹਨਾਂ ਨੇ 40-45 ਮਿੰਟ ਬਿਠਾ ਕੇ ਰੱਖਿਆ, ਉਹਨਾਂ ਨੇ ਕੱਖ ਨਹੀਂ ਕਿਹਾ ਉਹਨਾਂ ਨੇ। ਹਾਲਾਂਕਿ ਉੱਥੇ ਜਥੇਦਾਰ ਵੱਲੋਂ ਇਹ ਵੀ ਬਿਆਨ ਆਇਆ ਗਿਆ ਵੀ ਸਾਡੇ ਦੇ ਕਤਲ ਦਾ ਪਰਚਾ ਦੇ ਚੁੱਕੇ। ਜਿਹੜੇ ਹੁਣ ਬਾਰਡਰ ਵਾਲੇ ਸਿੰਘਾਂ ਨੇ, ਸਿੰਘੂ ਬਾਰਡਰ ਵਾਲੇ ਨੇ, ਬਾਬਾ ਨਰਾਇਣ ਸਿੰਘ ਜੀ ਹੋਏ ਨੇ ਜਥੇਦਾਰ ਨੇ ਤਰਨਾ ਦਲ ਦੇ, ਜਿਹੜੇ ਉੱਥੇ ਸਰਬਜੀਤ ਸਿੰਘ ਭਾਊ, ਗੋਬਿੰਦਪ੍ਰੀਤ ਅਤੇ ਹੋਰ ਇੱਕ ਨੌਜਵਾਨ ਨਾਂ ਵਿਸਰ ਗਿਆ ਮੈਨੂੰ, ਅਤੇ ਉਹਨਾਂ ਨੇ ਭਗਵੰਤ ਸਿੰਘ, ਉਹਨਾਂ ਨੇ ਨਹੀਂ, ਉਹਨਾਂ 'ਤੇ ਵੀ ਕੇਸ ਪਏ ਨੇ। ਉਹਨਾਂ ਨੇ ਉਹ ਅੰਦਰ ਨੇ ਜੇਲ੍ਹ ਦੇ ਵਿੱਚ, ਸਾਨੂੰ ਸਭ ਨਾਲ ਗ੍ਰਿਫਤਾਰੀਆਂ ਦਿੱਤੀਆਂ ਨੇ। ਅਤੇ ਤਖ਼ਤ ਦਾ ਜਥੇਦਾਰ ਕਹਿੰਦਾ ਸਾਡੇ 'ਤੇ ਕੇਸ ਪੈ ਜਾਊਗਾ। ਫਿਰ ਜਥੇਦਾਰੀਆਂ ਕਾਰਨ ਲਈਆਂ ਨੇ, ਛੱਡ ਕੇ ਪਰੇ ਹੋ ਜਾਓ। ਇਹ ਨਹੀਂ ਹੋਣਾ ਚਾਹੀਦਾ। ਗੁਰੂ ਸਾਹਿਬ ਜਿੱਥੇ ਵੀ ਕੋਈ ਬੇਅਦਬੀ ਕਰਦਾ, ਜਦੋਂ ਸਾਨੂੰ ਇਨਸਾਫ ਹੀ ਨਹੀਂ ਮਿਲਿਆ, ਹੁਣ ਅਸੀਂ ਕਰੀਏ ਕੀ? ਇਹਦੋਂ ਪਰੇ ਹੋਰ ਜਦੋਂ ਗੁਰੂ ਸਾਹਿਬ ਸਾਡੇ ਸਾਹਮਣੇ ਬੇਪਤੀ ਕਰਤੀ, ਫਿਰ ਸਾਡੇ ਕੋਲ ਰਹਿ ਕੀ ਗਿਆ? ਕੱਲੀਆਂ ਇੱਥੇ ਹੀ ਨਹੀਂ, ਇਹ ਤਾਂ ਨਿਹੰਗ ਸਿੰਘਾਂ ਨੇ ਝਟਕਾਤਾ। ਜੇ ਅਸੀਂ ਉਸ ਦਿਨ ਨਾ ਸੁੱਕ ਜਾਂਦੇ, ਇਹ ਤਾਂ ਗੁਰੂ ਨੇ ਸਾਡੇ ਉੱਤੇ ਕਿਰਪਾ ਕੀਤੀ, ਫੌਜਾਂ ਉੱਤੇ, ਨਿਹੰਗ ਸਿੰਘਾਂ ਉੱਤੇ ਕੋਈ ਜਾਣ ਨਹੀਂ ਦਿੱਤਾ, ਉੱਥੇ ਹੀ ਰੱਖ ਲਿਆ। ਜੇ ਉਹ ਚਲਿਆ ਜਾਂਦਾ
ਗੁਰੂ ਸਾਹਿਬ ਸਰੂਪ ਲੈ ਕੇ ਤੇ ਸਾਡੇ ਤਾਂ ਵੱਡੇ ਵੱਡੇ ਟੈਗ ਲਾ ਦੇਣੇ ਸੀ, ਇਹ ਤਾਂ ਸੁੱਖਾ ਪੀਂਦੇ ਨੇ, ਸੁੱਖਾ ਪੀ ਕੇ ਪਾਉਂਗੇ ਤਾਂ ਬੱਕਰੇ ਖਾਣ ਜੋਗੇ ਨੇ। ਫਿਰ ਸਾਨੂੰ ਇੱਕ ਲੋਕਾਂ ਨੇ ਭੰਡਣਾ ਸੀ। ਬਾਕੀ ਜਿਹੜੀ ਰਹੀ ਗਰੀਬ ਦੀ ਗੱਲ, ਤੇ ਜਿਹੜੇ ਜਿਨ੍ਹਾਂ ਸਿੰਘਾਂ ਨੇ ਉਹਨੂੰ ਸੋਧਿਆ ਉਹ ਕੌਣ ਨੇ? ਉਹ ਨਹੀਂ ਗਰੀਬ। ਇੱਕ ਪਰਿਵਾਰ ਤਾਂ ਤੁਸੀਂ ਦੇਖ ਲਿਆ, ਉਹ ਦੁਸ਼ਟ ਪਾਪੀ ਸੀ, ਉਹ ਕੋਈ ਇਨਸਾਨ ਹੀ ਨਹੀਂ ਸੀ ਜਿਹਨੇ ਹਿਆ ਕੀਤਾ ਐਡਾ। ਜਿਹੜਾ ਵੀ ਕੋਈ ਗੁਰੂ ਸਾਹਿਬ ਦਾ ਬੇਅਦਬੀ ਕਰਦਾ, ਚਾਹੇ ਰਮਾਇਣ ਹੋਵੇ, ਚਾਹੇ ਬਾਈਬਲ ਹੋਵੇ, ਚਾਹੇ ਗੀਤਾ ਹੋਵੇ, ਚਾਹੇ ਕੁਰਾਨ ਹੋਵੇ, ਉਹ ਕੋਈ ਵੀ ਧਰਮ ਦਾ ਨਹੀਂ ਹੋ ਸਕਦਾ, ਨਾ ਕੋਈ ਉਹਦੀ ਜਾਤ ਆ, ਨਾ ਉਹਦਾ ਕੋਈ ਧਰਮ ਆ। ਉਹ ਇਨਸਾਨ ਹੀ ਨਹੀਂ ਹੈਗਾ, ਪਾਪੀ ਆਤਮਾ ਹੁੰਦੀ ਆ ਉਹ ਦੁਸ਼ਟ ਨੂੰ ਸੋਧਣਾ ਚੰਗਾ, ਜਿਹੜਾ ਮਰਜ਼ੀ ਸੋਧੇ। ਅਸੀਂ ਕਹਿੰਦੇ ਹਾਂ ਵੀ ਫੇਰ ਹੀ ਇਹ ਬੇਅਦਬੀਆਂ ਰੁਕਣੀਆਂ। ਦੇਖੋ ਠੱਲ ਪੈ ਗਈ ਜਦ ਦੀ। ਅਸੀਂ ਹੰਕਾਰ ਨਹੀਂ ਕਰਦੇ, ਕਿਤੇ ਨਾ ਕਿਤੇ ਮੋੜਾ ਜ਼ਰੂਰ ਪਿਆ ਵਾ। ਜੇ ਇੱਕ ਦੋ ਬੇਅਦਬੀਆਂ ਵਾਲੇ ਮੌਕੇ 'ਤੇ ਗੁਰੂ ਕਿਰਪਾ ਕਰੇ, ਮੁੜ ਕੇ ਅਸੀਂ ਕਹਿੰਦਾ ਕੋਈ ਐਸੀ ਘਟਨਾ ਨਹੀਂ ਹੋਣੀ ਚਾਹੀਦੀ। ਜੇ ਹੁੰਦੀ ਵੀ ਆ ਉਹਨੂੰ ਉੱਥੇ ਸੋਧ ਕੁਛ ਨਹੀਂ ਹੁੰਦਾ, ਫੇਰ ਕੀ ਹੋ ਗਿਆ? ਆਪਾਂ ਵੀ ਜੇ ਕਤਲ ਹੋ ਜੇ ਅਣਖ ਪਿੱਛੇ ਵੀ ਆਪਾਂ ਜੇਲ੍ਹ ਕੱਟੀ ਆਉਂਦੇ, ਹੋਰ ਵੀ ਬਹੁਤ ਕਰਦੇ ਹਾਂ। ਪਰ ਦੁਸ਼ਟ 2-4 ਝਟਕਾਉਣੇ ਚਾਹੀਦੇ ਨੇ, ਫੇਰ ਹੀ ਗੱਲ ਬਣਨੀ ਆ। ਅਤੇ ਜਿਹੜਾ ਬੇਅਦਬੀ ਦਾ ਮੁੱਦਾ ਇਹ ਵਾਰ-ਵਾਰ ਸਾਨੂੰ ਚੜਾ ਰਿਹਾ ਸੀਗਾ, ਵਾਰ-ਵਾਰ ਸਾਨੂੰ ਲੋਕ ਮਖੌਲ, ਇਹਨੇ ਕੀ ਕਰਤਾ? ਇਹ ਸਾਡੀ ਫੁੱਟ ਕਾਰਨ ਨਾ ਅਕਾਲ ਤਖਤ ਸਾਹਿਬ ਤੋਂ ਸਟੈਂਡ ਲਿਆ ਗਿਆ, ਨਾ ਸ਼੍ਰੋਮਣੀ ਕਮੇਟੀ ਨੇ ਕੋਈ ਸਖਤ ਸਟੈਂਡ ਲਿਆ। ਵੀ ਆਹ ਦੀ ਤੱਕ ਦੇਖੋ ਧਰਨੇ ਚੱਲੀ ਜਾਂਦੇ ਨੇ, ਕਿਤੇ ਨਾ ਕਿਤੇ ਬੇਅਦਬੀਆਂ 2015 ਦੇ ਵਿੱਚ ਹੋਈਆਂ। ਕਿਸੇ ਨਾ ਕਿਸੇ ਪਾਸੇ ਕੋਈ ਨਾ ਕੋਈ ਚੱਲਦਾ ਹੀ ਰਹਿੰਦਾ ਧਰਨਾ। ਅਤੇ ਕੱਲ੍ਹ ਵੀ ਧਰਨਾ ਉੱਥੇ ਲਾ ਕੇ ਬੈਠੇ ਨੇ ਜਿਨ੍ਹਾਂ ਦੇ ਬੱਚੇ ਆਪਣੇ ਸ਼ਹੀਦ ਹੋਏ ਨੇ, ਕਾਈ ਕ੍ਰਿਸ਼ਨ ਸਿੰਘ ਜੀ, ਹੋਰ ਉੱਥੇ ਵਾਲੇ ਬਰਗਾੜੀ ਵਾਲੇ, ਬਾਈਬਲ ਕਲਾਂ ਵਾਲੇ, ਉਹਨਾਂ ਦੇ ਧਰਨਾ ਲਾਦਾ। ਹੋਰ ਕੀ ਕਰਨ ਫਿਰ ਅੱਕੇ ਹੋਏ ਲੋਕ? ਇਸ ਕਰਕੇ ਸਾਨੂੰ ਜਿਹੜਾ ਇਨਸਾਫ ਆ ਉਹ ਨਹੀਂ ਮਿਲਦਾ, ਸਾਨੂੰ ਇਹ ਕਦਮ ਚੱਕਣੇ ਪੈਂਦੇ ਸੀਗੇ। ਅਤੇ ਫਿਰ ਦੂਸਰਾ ਇਹ ਅੰਦੋਲਨ ਦੇ ਵਿੱਚ ਰਹਿ ਕੇ ਜਿਹੜੇ ਨਿਹੰਗ ਸਿੰਘਾਂ ਨੇ ਇਹ ਇਨਸਾਫ ਕੀਤਾ, ਸਾਡੀ ਨਜ਼ਰ ਦੇ ਵਿੱਚ ਠੀਕ ਰਿਹਾ। ਅਤੇ ਜੇ ਸਰਕਾਰ ਨਾਲ ਇਹਦੇ ਵਿੱਚ ਗਲਤੀ, ਉਹਨਾਂ ਨੇ ਗ੍ਰਿਫਤਾਰੀਆਂ ਦੇ ਦਿੱਤੀਆਂ, ਗੱਲ ਮੁੱਕ ਗਈ, ਹੋਰ ਤਾਂ ਕੋਈ ਗੱਲ ਹੈ ਹੀ ਨਹੀਂ। ਇਸ ਕਰਕੇ ਜਿਹੜਾ ਅੰਦੋਲਨ ਹੈ ਬਹੁਤ ਚੜ੍ਹਦੀ ਕਲਾ ਦੇ ਨਾਲ, ਜਦੋਂ ਵੀ ਕੋਈ ਉੱਥੇ ਨੁਕਸਾਨ ਕੀਤਾ, ਹਾਲਾਂਕਿ ਸਰਕਾਰ ਦਾ ਵੱਡਾ ਹਮਲਾ ਸੀ ਅੰਦੋਲਨ, ਜਿਹੜਾ ਸਾਜ਼ਿਸ਼ ਸੀਗੀ ਬੇਅਦਬੀ ਕਰਾਉਣ ਦੀ, ਵੀ ਉੱਥੇ ਇਹ ਵੱਡੀ ਸਾਜ਼ਿਸ਼ ਰਚੀ ਗਈ ਸੀ ਵੀ ਅੰਦੋਲਨ ਖਤਮ ਹੋ ਜੇ, ਉਦੋਂ ਉੱਠ ਕੇ ਚਲੇ ਜਾਵੇ। ਪਰ ਜਦੋਂ ਦਾ ਉਹ ਸਿੰਘਾਂ ਨੇ ਝਟਕਿਆ, ਉਦੋਂ 1 ਮਹੀਨੇ ਤੋਂ ਪਹਿਲਾਂ ਸਾਰੇ ਮਸਲੇ ਹੱਲ ਹੋ ਗਏ। ਪਤਾ ਲੱਗ ਗਿਆ ਉਹਨਾਂ ਨੂੰ ਵੀ ਇਹ ਹੁਣ ਟਿੱਕੇ ਬੈਠਣ ਵਾਲੇ ਨਹੀਂ ਹੈਗੇ। ਦੇਖੋ ਜੇ ਆਪਾਂ ਨਿਰਾਪੁਰਾ ਸ਼ਾਂਤੀ ਰੱਖਾਂਗੇ, ਸ਼ਾਂਤੀ ਨਾਲ ਕਦੇ ਮਾਲ ਮੋਰਚੇ ਹੱਲ ਨਹੀਂ ਹੋਏ ਉੱਥੇ। ਹੁਣ ਮੈਨੂੰ ਦੱਸੋ ਵੀ ਉੱਥੇ ਗੋਲੀ ਚੱਲੀ ਗਿਆ, ਭਾਈ ਨਵਰੀਤ ਸਿੰਘ ਡਿਪਟੀ ਨੂੰ ਖਤਮ ਮਾਰਤਾ ਗੋਲੀ ਮਾਰ ਕੇ, ਫਿਰ ਹੁਣ ਉੱਥੇ ਸ਼ਾਂਤੀ ਕਿੱਥੇ ਰਹੇਗੀ? ਅਤੇ ਜਿਹੜੇ ਸਾਡੇ ਹੁਣ ਤੁਸੀਂ ਸਰੇਆਮ ਦੇਖਿਆ ਹੀ ਆ ਯੂਪੀ ਦੇ ਵਿੱਚ, ਉਹ ਤਾਂ ਸ਼ਾਂਤੀ ਨਾਲ ਤੁਰੇ ਜਾਂਦੇ ਸੀ। ਉਹਨਾਂ ਉੱਤੇ ਭਾਜਪਾ ਦੇ ਆਗੂਆਂ ਨੇ ਗੱਡੀ ਥੱਲੇ ਦਰੜ ਕੇ ਮਾਰਤਾ ਉਹਨਾਂ ਨੂੰ, ਤੁਹਾਡੇ ਸਾਹਮਣੇ ਹੀ ਮਾਰਿਆ, ਜਾਣ-ਬੁੱਝ ਕੇ ਮਾਰਿਆ ਗਿਆ, ਗੋਲੀ ਮਾਰੀ ਗਈ, ਜਾਣ-ਬੁੱਝ ਕੇ ਮਾਰੀ ਗਈ। ਅਤੇ ਇੱਥੇ ਬੀਬੀਆਂ ਕੁੱਟ ਕੇ ਜਿਹੜਾ ਮਾਰਿਆ, ਪੁਲਿਸ ਦਾ ਆਰਡਰ ਦੇ ਰਿਹਾ ਜਿਹੜਾ SDM ਸੀਗੇ ਵੀ ਮਾਰੋ ਇਹਨਾਂ ਨੂੰ। ਫਿਰ ਇਹ ਕੱਲ੍ਹ ਸ਼ਾਂਤੀ ਰਹਿ ਗਈ ਸੀ। ਅਸੀਂ ਤਾਂ ਪਹਿਲਾਂ ਹੀ ਤਿਆਰ ਪਰਤਿਆ ਬੈਠੇ ਵੀ ਕਦੋਂ ਵੀ ਸਾਨੂੰ ਹਮਲਾ ਹੋ ਸਕਦਾ ਸੀ, ਰੋਕਾਂ ਦੇ ਢਾਲ ਬਣੇ ਬੈਠੇ ਆ। ਅਸੀਂ ਉਸ ਜਾਨਾਂ ਸੀ ਜਿਹੜੀਆਂ ਤਲੀ ਦੇ ਧਰ ਕੇ ਬੈਠੇ ਸੀਗੇ, ਦਿਨ ਰਾਤ ਦੇ ਵੀ ਕੋਈ ਹਮਲਾ ਹੋਊਗਾ ਅਸੀਂ ਰੋਕਾਂਗੇ, ਰੋਕਦੇ ਵੀ ਰਹੇ ਹਾਂ। ਪੂਰੀ ਚੜ੍ਹਦੀ ਕਲਾ ਦੇ ਨਾਲ ਜਿਹੜਾ ਇਹ ਮੋਰਚਾ, ਦੇਖੋ ਕਦੇ ਸਾਨੂੰ ਉੱਥੇ ਕਿਹਾ ਨਿਹੰਗ ਸਿੰਘਾਂ ਨੂੰ ਵੀ ਚਲੇ ਜਾਣਾ, ਕਦੇ ਨਿਸ਼ਾਨ ਸਾਹਿਬ ਲਾ ਦਿਓ, ਕਦੇ ਇਹਨੂੰ ਧਾਰਮਿਕ ਰੰਗ ਨਾ ਦਿਓ। ਹੁਣ ਉਹੀ ਆਗੂ ਦੱਸਣ, ਉਹ ਪਤਾ ਲੱਗਦਾ ਵੀ ਹੁਣ ਇਹ ਗੁਰੂ ਨਾਨਕ ਦੇਵ ਮਹਾਰਾਜ ਦੇ ਗੁਰਪੁਰਬ 'ਤੇ ਦੇਖੋ ਧਾਰਮਿਕ ਦਿਨ ਇਹ ਜਿਹੜਾ ਹੈਗਾ ਐਲਾਨ ਹੋਇਆ, ਸ਼ਹੀਦੀ ਦਿਹਾੜੇ ਸਾਰੀ ਸਮਾਨਤਾ ਹੋਈ ਆ। ਅਸੀਂ ਕਿਹਾ ਜਦ ਤੱਕ ਵੀ ਕਿਸਾਨ ਇੱਥੇ ਬੈਠਣਗੇ, ਅੰਦੋਲਨ ਚੱਲੂਗਾ, ਉਹਨਾਂ ਚਿਰ ਅਸੀਂ ਢਾਲ ਬਣ ਕੇ ਬੈਠਾਂਗੇ। ਅਸੀਂ ਆਪਦਾ ਵਚਨ ਪੁਗਾਇਆ। ਅਤੇ ਜਦੋਂ ਲਾਸਟ 'ਤੇ ਸੰਯੁਕਤ ਮੋਰਚਾ ਉੱਥੋਂ ਉੱਠ ਕੇ ਆਏ, ਅਸੀਂ ਉਹਨਾਂ ਤੋਂ ਬਾਅਦ ਦੇ ਵਿੱਚ ਉਸ ਤੁਰੇ ਹਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਸ੍ਰੀ ਦਰਬਾਰ ਸਾਹਿਬ ਗਏ ਹਾਂ। ਅਸੀਂ ਸਾਰੀ ਸੰਗਤ ਆ ਜਿਹੜੀ ਪੰਜਾਬ ਦੀ, ਹਰਿਆਣੇ ਦੀ, ਜਿਨ੍ਹਾਂ ਨੇ ਬਹੁਤ ਸਤਿਕਾਰ ਦਿੱਤਾ ਹੈ, ਕਹੇ ਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਮਾਣ, ਤਾਂ ਨਜ਼ਾਰਾ ਦੇਖਣ ਵਾਲਾ ਹੀ ਸੀਗਾ। ਜਿਵੇਂ ਸੰਗਤਾਂ ਨੇ ਫੁੱਲਾਂ ਦੀ ਵਰਖਾ ਕੀਤੀ ਆ, ਜਿਵੇਂ ਸੰਗਤਾਂ ਨੇ ਪਿਆਰ ਦਿੱਤਾ, ਗੁਰੂ ਸਾਹਿਬ ਦਾ ਸਤਿਕਾਰ ਕੀਤਾ ਵਾ, ਇਹਦਾ ਆਪ ਤੁਸੀਂ ਦੇਖ ਹੀ ਸਕਦੇ, ਵੀਡੀਓ ਵਾਇਰਲ ਹੋ ਰਹੀਆਂ ਨੇ, ਕਿਸ ਤਰ੍ਹਾਂ ਨਜ਼ਾਰਾ ਸੀ। ਵੀ ਇਹ ਜਿਹੜੀ ਜਿੱਤ ਆ ਇਹ ਇੱਕ ਮੈਂ ਕਹਿੰਦਾ ਵੀ 300 ਸਾਲ ਬਾਅਦ ਸਾਨੂੰ ਮਿਲੀ ਆ। ਜਦੋਂ ਬਾਬਾ ਬਘੇਲ ਸਿੰਘ ਹੁਣ ਦਿੱਲੀ ਜਿੱਤੀ ਸੀ, ਉਸ ਤੋਂ ਬਾਅਦ ਇਹ ਜਿੱਤ ਖਾਲਸਾ ਪੰਥ ਦੇ ਝੋਲੀ ਦੇ ਵਿੱਚ ਪਈ ਆ। ਕਿਸਾਨਾਂ, ਮਜ਼ਦੂਰਾਂ ਅਤੇ ਖਾਲਸਾ ਪੰਥ ਨੇ ਰਲ ਕੇ ਜਿੱਤ ਲਈ ਆ। 20ਵੀਂ ਵਾਰ ਇਹ ਦਿੱਲੀ ਫਤਿਹ ਕਰੀ ਆ। ਜਦੋਂ ਵੀ ਹੁਣ ਅਸੀਂ ਇਹ ਕਹਿੰਦਾ ਵੀ ਉੱਥੇ ਮਜ਼ਦੂਰ ਕਿਸਾਨਾਂ ਦਾ ਨਾਂ ਲਾ, ਕਿਸਾਨ ਮਜ਼ਦੂਰ ਇੱਕ ਜਿੰਦਾਬਾਦ ਦਾ, ਦੇਖੋ ਉੱਥੇ ਕੋਈ ਭੇਦਭਾਵ ਨਹੀਂ ਰਿਹਾ। ਅਸੀਂ ਪਿੰਡਾਂ ਦੇ ਵਿੱਚ ਵੀ ਹੁਣ ਇਹੀ ਪ੍ਰਚਾਰ ਕਰਨਾ। ਸਾਡੀ ਗਿਣਤੀ 3 ਕਰੋੜ ਹੈ। ਅਸੀਂ 96 ਕਰੋੜ ਕਿਵੇਂ ਬਣਾਂਗੇ ਜਦੋਂ ਸਾਡੀ ਸਿੱਖ ਸਾਰੀ ਗਿਣਤੀ ਵਰਲਡ ਦੇ ਵਿੱਚ 3 ਕਰੋੜ ਸਿੱਖਾਂ ਦੀ? ਅਤੇ ਜੇ ਅਸੀਂ 96 ਕਰੋੜੀ ਬਣਨਾ, ਗੁਰੂ ਸਾਹਿਬ ਨੇ ਸਾਨੂੰ 96 ਕਰੋੜੀ ਦਾ ਖਿਤਾਬ ਦਿੱਤਾ ਹੈ। 96 ਕਰੋੜੀ ਖਿਤਾਬ ਫੇਰ ਹੀ ਬਣਿਆ ਜਾਊਗਾ ਜੇ ਅਸੀਂ ਪੂਰੇ ਭਾਰਤ ਦੇ ਵਿੱਚ ਚੱਕਰ ਲਾਵਾਂਗੇ। ਹੁਣ ਅਸੀਂ ਪੂਰੇ ਭਾਰਤ ਦੇ ਵਿੱਚ ਜਾਣਾ।
ਜਿਹੜੇ ਇਸ ਅੰਦੋਲਨ ਚੱਲਦੇ ਆਉਂਦਾ ਦੌਰਾਨ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਿੱਖ ਧਰਮ ਬਹੁਤ ਵੱਡਾ ਸਰਦਾਰ ਨੇ ਜਿਹੜੇ ਇਹ ਜਦੋਂ ਅੜ ਜਾਂਦੇ ਨੇ ਫਤਿਹ ਕਰਕੇ ਜਾਂਦੇ ਨੇ। ਇਹ ਬਹੁਤ ਸਾਨੂੰ ਅੱਤਵਾਦੀ ਕਿਹਾ, ਸਾਨੂੰ ਵੱਖਵਾਦੀ ਕਿਹਾ ਹੈਗਾ, ਸਾਡੇ ਉੱਤੇ ਮਾੜੇ ਟੈਗ ਲਾਏ ਗਏ। ਉਹੀ ਹੁਣ ਦੱਸੋ ਵੀ ਅੱਤਵਾਦੀ ਨਹੀਂ, ਅਸੀਂ ਸੱਤਵਾਦੀ ਹਾਂ, ਭਾਰਤ ਦੇ ਵਾਸੀ, ਅਸੀਂ ਬਾਹਰੋਂ ਨਹੀਂ ਆਏ ਹੋਏ, ਸਾਨੂੰ ਨਾ ਬਦਨਾਮ ਕਰੋ। ਇਹ ਅੰਦੋਲਨ ਨੇ ਬਹੁਤ ਸਾਰੇ ਲੋਕਾਂ ਦੇ ਭੁਲੇਖੇ ਕੱਢਤੇ। ਹਰਿਆਣੇ ਦੇ ਵਿੱਚ ਵੀ ਮਨੋਜ ਸਿੰਘ ਦੋਹਨਾ ਉਹਨਾਂ ਨੇ ਵੀ ਗੁਰਸਿੱਖੀ ਧਾਰਨ ਕਰਨੀ ਹੈ। ਹਵਾ ਸਿੰਘ ਸਾਹਿਬਾਨ ਖਾਪਾਨ ਨੇ ਉਹਨਾਂ ਨੇ ਵੀ ਸਿੱਖੀ ਦੇ ਵਿੱਚ ਪ੍ਰਵੇਸ਼ ਕੀਤਾ। ਦਿੱਲੀ ਦੇ ਵਿੱਚੋਂ ਵੀ ਅਤੇ ਆਪਣੇ ਛੱਤੀਸਗੜ੍ਹ ਤੋਂ ਵੀ ਸਾਡੇ ਕੋਲ ਬੱਚੇ ਆਏ ਹੋਏ ਨੇ, ਉਹਨਾਂ ਨੇ ਵੀ ਸਿੱਖੀ ਧਾਰਨ ਕਰ ਲਿਆ। ਮਹਾਰਾਸ਼ਟਰ 'ਚੋਂ ਵੀ, ਇੱਧਰੋਂ ਆਪਣੇ ਯੂਪੀ ਦੇ ਵਿੱਚੋਂ ਵੀ ਬਹੁਤ ਸਾਰੇ ਥਾਵਾਂ ਗੁਰਸਿੱਖੀ ਦਾ ਪ੍ਰਚਾਰ ਹੈ, ਉਹ ਸਿੱਖੀ ਧਾਰਨ ਕਰ ਰਹੇ ਨੇ। ਇਹ ਅੰਦੋਲਨ ਦੇ ਕਰਕੇ ਹੀ ਹੋਇਆ। ਸਿੱਖਾਂ ਦੀ ਬਹੁਤ ਪੂਰੇ ਵਰਲਡ ਦੇ ਵਿੱਚ ਮਹਾਰਾਜ ਚੜ੍ਹਦੀ ਕਲਾ ਕੀਤੀ ਆ। ਅਸੀਂ ਲੱਖ ਲੱਖ ਸਤਿਗੁਰਾਂ ਸ਼ੁਕਰਾਨਾ ਕਰਦੇ ਹਾਂ ਅਤੇ ਪਿੰਡਾਂ ਦੇ ਵਿੱਚ ਵੀ ਅਪੀਲ ਕਰਦੇ ਹਾਂ ਵੀ ਜਿਹੜਾ ਹੁਣ ਜਾਤ ਪਾਤ ਉਹ ਖਤਮ ਕਰੀਏ ਆਪਾਂ। ਹਰੇਕ ਪਿੰਡ ਦੇ ਵਿੱਚ ਅਸੀਂ ਕਹਿੰਦੇ ਵੀ ਇੱਕ ਗੁਰਦੁਆਰਾ ਸਾਹਿਬ ਹੋਵੇ, ਸ਼ਮਸ਼ਾਨ ਘਾਟ ਵੀ ਇੱਕ ਹੋਣਾ ਚਾਹੀਦਾ, ਤਾਂ ਕਿ ਕਿਸਾਨ ਮਜ਼ਦੂਰ ਜਿਹੜਾ ਇੱਕ ਜਿੰਦਾਬਾਦ ਦਾ ਆਪਾਂ ਨਾਅਰਾ ਲਾਉਂਦੇ ਰਹੇ ਉਹਨੂੰ ਅਮਲੀ ਜਾਮਲ ਪਹਿਨਾਈਏ। ਇਹੀ ਨੇ ਵੀ ਉੱਥੇ ਛੱਡਦੀ ਜਦੋਂ ਜਾਤ ਪਾਤ ਦੇ ਆਪਾਂ ਬੰਧਨ ਖਤਮ ਕਰ ਦਈਏ। ਗੁਰੂ ਮਹਾਰਾਜ ਨੇ ਮਾਨਸ ਕੀ ਜਾਤ ਸਭ ਇੱਕ ਪਹਿਚਾਨ, ਮਹਾਰਾਜ ਨੇ ਤਾਂ ਕੋਈ ਰੱਖਿਆ ਨਹੀਂ। ਦਬਲੇ ਕੁੱਚੇ ਲੋਕਾਂ ਨੂੰ ਸਰਦਾਰੀਆਂ ਬਖਸ਼ੀਆਂ ਨੇ। ਹੁਣ ਤੁਹਾਨੂੰ ਦੱਸੋ ਹੁਣ ਫਿਰ ਸਰਦਾਰੀਆਂ ਕਿਹਨੂੰ ਬਖਸ਼ਣ? ਇਹਨੇ ਗਰੀਬ ਸਿੱਖਾਂ ਨੂੰ ਕੋਈ ਦਿਓ ਪਾਤਸ਼ਾਹੀ ਯਾਦ ਕਰੀ ਮੁਰਗੇ, ਸਾਨੂੰ ਕੌਣ ਜਾਣਦਾ ਸੀਗਾ? ਇਹ ਗੁਰੂ ਨੇ ਵਡਿਆਈਆਂ ਬਖਸ਼ੀਆਂ ਨੇ। ਅਤੇ ਜੇ ਇੱਕ ਨਜ਼ਰ ਝਾਤੀ ਮਾਰੀ ਜਾਵੇ, ਗਰੀਬ ਸਿੱਖ ਜਿਹੜਾ ਅੱਜ ਅਕਾਲ ਤਖ਼ਤ ਦਾ ਜਥੇਦਾਰ ਉਹ ਵੀ ਇੱਕ ਗਰੀਬ ਸਿੱਖ ਆ। ਗਰੀਬ ਸਿੱਖ ਨੂੰ ਕੋਈ ਦਿਓ ਪਾਤਸ਼ਾਹੀ। ਜਿਹੜਾ ਪੰਜਾਬ ਦੇ CM ਆ ਉਹ ਵੀ ਇੱਕ ਗਰੀਬ ਸਿੱਖ ਆ, ਹੈਦਾ ਸਿੱਖ ਨਾ। ਜੇ ਜਿਹੜੇ ਮੋਰਚਾ ਜਿੱਤ ਕੇ ਆਏ ਨੇ ਉਹ ਵੀ ਗਰੀਬ ਸਿੱਖ ਜਿਹਨੇ ਉੱਥੇ ਮਾਰੇ ਨੇ। ਗੁਰੂ ਸਾਹਿਬ ਦੀ ਕਿਰਪਾ ਕੀਤੀ ਇਹਨਾਂ ਗਰੀਬ ਸਿੱਖ ਨੂੰ। ਫਿਰ ਉਦੋਂ ਪਰੇ ਹੋਰ ਗੁਰੂ ਸਾਹਿਬ ਦਾ ਵਾਕ ਕਦੋਂ ਸੱਚ ਹੋ ਗਿਆ? ਤੁਹਾਡੇ ਸਾਹਮਣੇ ਤੁਸੀਂ ਦੱਸੋ, ਇਹਦੇ ਵਿੱਚ ਕੋਈ ਗੱਲ ਤਾਂ ਰਾਏ ਹੋਵੇ। ਬਿਲਕੁਲ ਇਹ ਗੱਲ ਜ਼ਰੂਰੀ ਮਾਇਨਾ ਰੱਖਦੀ ਹੈ ਇੱਥੇ, ਕਿਉਂਕਿ ਜਿੰਨਾ ਜਾ ਕੇ ਸਾਡੀ ਖਾਲਸਾ ਫੌਜ ਨੇ ਉਹ ਮੋਰਚੇ ਸਾਹਮਣੇ ਨੇ, ਉੱਥੇ ਜਿੰਨਾ ਇਹਨਾਂ ਨੇ ਸਿੱਖੀ ਦਾ ਪ੍ਰਚਾਰ ਹੋਇਆ ਉਹਨਾਂ ਪਸਾਰ ਮੈਂ ਸਮਝਦਾ ਵੀ ਨਹੀਂ ਕਿਸੇ ਢੰਗ ਨਾਲ ਵੀ ਹੋਇਆ ਜਿੰਨਾ ਉੱਥੇ ਜਾ ਕੇ ਅੰਦੋਲਨ ਦੀ ਜਿੱਤ ਹੋਈ ਆ। ਜੇ ਵੱਡੀ ਜਿੱਤ ਇਸ ਕਰਕੇ ਹੋਈ ਆ ਕਿਉਂਕਿ ਖਾਲਸਾ ਫੌਜ ਉੱਥੇ ਗੁਰੂ ਦੀ ਜਿਹੜੀ ਲਾਡਲੀ ਫੌਜ ਆ ਉਹ ਖਾਲਸਾ ਫੌਜ ਉੱਥੇ ਜਾ ਚੁੱਕੀ ਤੀ। ਕਿਉਂਕਿ ਇਹ ਜਿਹੇ ਹੀ ਜਿਹੜੇ ਸਾਡੇ ਯੋਧੇ ਨੇ ਉਹਨਾਂ ਦਾ ਜਾਣਾ ਬਹੁਤ ਵੱਡੀ ਗੱਲ ਸੀਗੀ, ਕਿਉਂਕਿ ਹਰ ਇੱਕ ਕਹਿੰਦਾ ਸੀਗਾ ਇਹਨਾਂ ਫੌਜਾਂ ਨੂੰ ਵਾਪਸ ਕਰ ਦਿਓ, ਇਹਨਾਂ ਨੂੰ ਵਾਪਸ ਕਰ ਦਿਓ। ਕਿਉਂ ਵਾਪਸ ਹੁੰਦੀਆਂ ਫੌਜਾਂ ਉੱਥੇ? ਕਿਉਂਕਿ ਜਿਹੜਾ ਇਹ ਅੰਦੋਲਨ ਸੀ ਇਹ ਸਾਰਿਆਂ ਦਾ ਸਾਂਝਾ ਅੰਦੋਲਨ ਸੀ, ਕਿਉਂਕਿ ਇਹ ਪੰਜਾਬ ਦੀ ਅਣਖ ਤੇ ਬਗਾਰ ਸੀਗੀ। ਕਿਉਂਕਿ ਪੰਜਾਬ ਦਾ ਰਹਿਣਾ ਕੁਛ ਨਹੀਂ ਸੀ ਜੇ ਨਾ ਉਹ ਜਿੱਤ ਹੁੰਦੀ। ਕਿਉਂਕਿ ਇਹ ਜਿੱਤ ਲਈ ਹੀ ਮੈਂ ਬਾਬਾ ਰਾਜ ਸਿੰਘ ਰਾਜਾ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ। ਅਤੇ ਮੈਂ ਹੋਰ ਵੀ ਇਸ ਚੀਜ਼ ਦੇ ਵਿੱਚ ਜੋੜਨਾ ਚਾਹੁੰਦਾ ਬਾਬਾ ਜੀ ਵੀ ਇਸ ਅੰਦੋਲਨ ਨੂੰ ਇੱਥੇ ਹੀ ਸਮਾਪਤ ਨਾ ਕਰੋ, ਅੱਗੇ ਲਿਜਾਣ ਦੀ ਕੋਸ਼ਿਸ਼ ਕਰੋ। ਕਿਉਂਕਿ ਜਿਹੜੇ ਲੋਕ ਦਬਲੇ ਕੁਚਲੇ ਲੋਕਾਂ ਨੂੰ ਇਹ ਗੱਲ ਕਹਿ ਦਿੰਦੇ ਨੇ ਇਹ ਰਵਿਦਾਸੀਏ ਸਿੱਖ ਨੇ ਜੀ, ਇਹ ਮਜ਼੍ਹਬੀ ਸਿੱਖ ਨੇ ਜੀ, ਇਹਨਾਂ ਦਾ ਗੁਰੂ ਘਰਾਂ 'ਚ ਨਹੀਂ ਜੀ, ਇਹਨਾਂ 'ਤੇ ਵੀ ਚਾਨਣਾ ਪਾਓ ਬਾਬਾ ਜੀ ਨੂੰ ਮੈਂ ਕਹਿਣਾ। ਦੇਖੋ ਅਸੀਂ ਤਾਂ ਪਹਿਲਾਂ ਇਹ ਤੁਹਾਨੂੰ ਦੱਸ ਸਕੇ ਵੀ ਅਸੀਂ ਨਾ ਪਿੰਡ ਹਰੇਕ ਜਿਹੜੇ ਗੁਰੂ ਨਾਨਕ ਮਹਾਰਾਜ ਜੀ ਦਾ ਮਿਸ਼ਨ ਹੈ ਸਾਰਿਆਂ ਨੇ ਮਹਾਰਾਜ ਨੂੰ ਬਰਾਬਰਤਾ ਦਿੱਤੀ ਹੈ। ਕੋਈ ਗੁਰੂ ਘਰ ਆ ਇਹਦੇ ਵਿੱਚ ਉੱਚ ਨੀਚ ਹੈ ਹੀ ਨਹੀਂ। ਅੰਮ੍ਰਿਤ ਛਕਾਉਣ ਵੇਲੇ ਵੀ ਗੁਰੂ ਸਾਹਿਬ ਕੋਲ 22 ਧਾਰ ਦੇ ਰਾਜੇ ਉਹਨਾਂ ਨੂੰ ਵੀ ਮਹਾਰਾਜ ਨੇ ਕਿਹਾ ਵੀ ਆਹ ਗਰੀਬ ਸਿੱਖਾਂ ਨੂੰ ਇਹਨਾਂ ਨਾਲ ਅੰਮ੍ਰਿਤ ਛਕਣਾ ਪਊਗਾ, ਅਸੀਂ ਰਾਜੇ ਹਾਂ, ਸਾਨੂੰ ਲਹਿਦਾ ਕਰੋ, ਅਸੀਂ ਸੂਦਰਾਂ ਨਾਲ ਨਹੀਂ ਛਕਣਾ। ਮਹਾਰਾਜ ਕਹਿੰਦੇ ਇਹ ਤਾਂ ਇੱਥੇ ਹੀ ਛਕਣਾ ਪਊ, ਜੇ ਛਕਣਾ ਨਹੀਂ ਭੱਜ ਜਾਓ ਇੱਥੋਂ, ਡੰਡੀ ਪਾਓ। ਮਹਾਰਾਜ ਨੇ 2 ਟੁੱਕ ਗੱਲਾਂ ਕਹੀਆਂ ਨੇ, ਨਹੀਂ ਸਿਖਾਇਆ ਉਹਨਾਂ ਨੂੰ, ਨਹੀਂ ਉਹਨਾਂ ਨੂੰ। ਅੱਜ ਫਿਰ ਕਿਉਂ ਸਾਡੇ ਨਾਲ ਵਿਤਕਰਾ ਕਰਿਆ ਜਾਂਦਾ? ਕਈ ਸੰਪਰਦਾਵਾਂ ਦੇ ਵਿੱਚ ਖੰਡੇ ਬਾਟੇ ਦੇ ਅੰਮ੍ਰਿਤ ਵੀ ਦੋ ਸਿਖਾਏ ਜਾਂਦੇ। ਹੁਣ ਲੋਕਾਂ ਨੇ ਪਛਾਣਨਾ, ਅਕਾਲ ਤਖ਼ਤ ਸਾਹਿਬ ਨੇ ਵੀ ਦੇਖਣਾ ਵਾ, ਜਿਹੜੇ ਉੱਚ ਅਹੁਦਿਆਂ 'ਤੇ ਬੈਠੇ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਵੀ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਰਜ਼ਾਦਾ ਨੂੰ ਖਤਮ ਕਰ ਰਹੇ ਹਾਂ। ਮਰਜ਼ਾਦਾ ਗੁਰੂ ਨਾਨਕ ਨੇ ਦਿੱਤੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਰਜ਼ਾਦਾ ਕਾਇਮ ਕੀਤੀ ਆ। ਸਾਰੀ ਸਾਂਝੀ ਬਾਲਤਾ ਦਾ ਉਪਦੇਸ਼ ਦਿੱਤਾ। ਪਹਿਲਾਂ ਵੀ ਗੁਰੂ ਪਾਤਸ਼ਾਹ ਮਹਾਰਾਜ ਨੇ ਇਹੀ ਤੁਕ ਪੜ੍ਹੀ ਆ, ਮਾਨਸ ਕੀ ਸਾਹਿਬ ਇੱਕ ਪਹਿਚਾਨ ਵੋ। ਇੱਥੇ ਕੋਈ ਵੀ ਬਾਹਰ ਨਹੀਂ ਹੈ, ਸਾਰੇ ਇੱਕੋ ਹੀ ਨੇ, ਗੁਰੂ ਦੇ ਬਣਾਏ ਹੋਏ ਇਨਸਾਨ ਨੇ। ਮੈਨੂੰ ਦੱਸਣ ਵੀ ਫਿਰ ਹੰਕਾਰ ਕਾਹਦਾ? ਕਿਉਂ ਸਾਡੇ ਗਲਾਂ ਦੇ ਵਿੱਚ ਹੰਕਾਰ ਦੇ ਕਿੱਲੇ ਠੋਕੇ ਹੋਏ ਨੇ? ਦੱਬੇ ਕੁਚਲੇ ਲੋਕਾਂ ਦੀ ਗੱਲ ਗੁਰੂ ਨਾਨਕ ਨੇ ਕੀਤੀ ਆ। ਭਾਈ ਲਾਲੋ ਦੇ ਘਰੇ ਜਾ ਕੇ ਪ੍ਰਸ਼ਾਦੇ ਛਕੇ ਨੇ ਅਤੇ ਮਲਕ ਭਾਗੋਂ ਨੂੰ ਠਕਰਾਇਆ। ਗੁਰੂ ਨਾਨਕ ਮਹਾਰਾਜ ਜੀ ਇਹੀ ਪੂਰਨੇ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਚੱਲੇ ਨੇ ਅਤੇ ਗਰੀਬ ਸਿੱਖਾਂ ਨੂੰ ਰੇਟੇ ਗੁਰੂ ਕੇ ਬੇਟੇ ਕਹਿ ਕੇ ਇੱਕ ਨਾਲ ਲਾ ਲਿਆ। ਭਾਈ ਸੰਗਤ ਸਿੰਘ ਦੇ ਸਿਰ 'ਤੇ ਕਲਗੀ ਤੋੜਾ ਸਜਾਤਾ
ਹੋਰ ਵੀ ਕਿੰਨਾਂ ਨੂੰ ਪਾਤਸ਼ਾਹੀ ਨਹੀਂ ਬਖਸ਼ੇ ਮਹਾਰਾਜ ਸਾਨੂੰ ਪੰਜਾਂ ਪਿਆਰਿਆਂ ਦੇ ਵਿੱਚ ਖਿਤਾਬ ਬਖਸ਼ਤੇ। ਪੰਜਾਂ ਪਿਆਰਿਆਂ ਦਾ ਖਿਤਾਬ ਬਖਸ਼ਤਾ, ਮੁਕਤਿਆਂ ਦਾ ਖਿਤਾਬ ਬਖਸ਼ਤਾ। ਸਤਿਗੁਰੂ ਉਹਨਾਂ ਨੇ ਸਾਰਿਆਂ ਨੂੰ ਸਰਦਾਰੀਆਂ ਸਤਿਕਾਰ ਬਖਸ਼ਿਆ ਗਰੀਬ ਸਿੱਖਾਂ ਨੂੰ। ਫਿਰ ਅਸੀਂ ਕੌਣ ਹੁੰਦੇ ਆ? ਇਹਨੇ ਗੁਰਦੁਆਰੇ ਲਹਿਦਾ ਹੋ ਕੇ ਕਦੇ ਇਹ ਰਮਦਾਸੀਆਂ ਦਾ ਜੀ, ਇਹ ਨਾਮਦੇਵ ਵਾਲਿਆਂ ਦਾ, ਇਹ ਮਾਜਵੀ ਸਿੰਘਾਂ ਦਾ। ਮੈਂ ਕਹਿੰਦਾ ਗੁਰੂ ਇੱਕੋ ਹੀ ਆ, ਗੁਰੂ ਗ੍ਰੰਥ ਸਾਹਿਬ ਤਾਂ ਇੱਕੋ ਹੀ ਆ ਨਾ। ਫਿਰ ਵਿਤਕਰੇ ਕਿਉਂ? ਇਸ ਕਰਕੇ ਅਸੀਂ ਹੱਥ ਜੋੜ ਕੇ ਅਪੀਲ ਕਰਾਂਗੇ ਲੋਕਾਂ ਨੂੰ, ਸੰਗਤਾਂ ਨੂੰ, ਵੀ ਵਿਤਕਰਾ ਖਤਮ ਕਰ ਦਿਓ, ਇੱਥੇ ਹੀ ਛੱਡ ਦਿਓ। ਜੇ ਗੁਰੂ ਨਾਨਕ ਮਹਾਰਾਜ ਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਰਜ਼ਾਦਾ ਜਿਹੜੀ ਉਹਨੂੰ ਕਾਇਮ ਕਰੀਏ, ਆਪਾਂ ਸਿਧਾਂਤ ਦਿੱਤਾ ਜਿਹੜਾ ਉਹਨੂੰ ਕਾਇਮ ਕਰੀਏ। ਅਸੀਂ ਸਾਰੇ ਹੀ ਦੱਬੇ ਕੁਚਲੇ ਲੋਕਾਂ ਨੂੰ ਸਤਿਗੁਰਾਂ ਨੇ ਉੱਪਰ ਚੱਕਿਆ। ਜਿੰਨਾ ਚਿਰ ਅਸੀਂ ਦੱਬੇ ਕੁਚਲੇ ਲੋਕਾਂ ਨੂੰ ਨਾਲ ਨਹੀਂ ਲੈਂਦੇ, ਉਹਨਾਂ ਦਾ ਸਾਥ ਨਹੀਂ ਦਿੰਦੇ, ਉਹਨਾਂ ਚਿਰ ਗੱਲ ਨਹੀਂ ਬਣਦੀ। ਅਸੀਂ ਗੁਰੂ ਨਾਨਕ ਦੇਵ ਦਾ ਮਿਸ਼ਨ ਆ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਰਜ਼ਾਦਾ, ਉਹਨੂੰ ਅਸੀਂ ਪੂਰੇ ਭਾਰਤ ਦੇ ਵਿੱਚ ਜਾ ਕੇ, ਪੂਰੇ ਵਰਲਡ ਦੇ ਵਿੱਚ ਜਾ ਕੇ ਇਹਨੂੰ ਪ੍ਰਚਾਰਾਂਗੇ। ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵੀ ਇਹੀ ਸੋਚ ਸੀਗੀ, ਉਹਨਾਂ ਦੀ ਸੋਚ 'ਤੇ ਪਹਿਰਾ ਦਿੱਤਾ। ਇਹ ਜਿਹੜਾ ਅੰਦੋਲਨ ਚੱਲਿਆ, ਇਹ ਸੰਤਾਂ ਦੀ ਸੋਚ ਸੀਗੀ। ਉਹਨਾਂ ਨੇ ਉਦੋਂ ਕਿਹਾ ਸੀਗਾ, ਤੁਸੀਂ ਮਤੇ ਪੜ੍ਹੋ, 18ਵਾਂ ਮਤਾ, ਵੀ ਜੇ ਆਪਾਂ ਇੱਥੋਂ 5-7 ਦਾ ਇਕੱਠ ਲੈ ਕੇ ਦਿੱਲੀ ਚੱਲੀਏ ਫਿਰ ਆਪਾਂ ਨੂੰ ਇਹ ਹੱਕ ਮਿਲਣੇ ਆ, ਉਦੋਂ ਪਹਿਲਾਂ ਹੱਕ ਨਹੀਂ ਮਿਲਣੇ। ਉਦੋਂ ਜਿਹੜੇ ਕਿਸਾਨ ਸੀ ਉਹਨਾਂ ਨੇ ਸੁਣੀ ਨਹੀਂ ਸੰਤਾਂ ਦੀ ਗੱਲ, ਕਿਸੇ ਨੇ ਵੀ ਸੁਣੀ ਨਹੀਂ। ਉਹਨਾਂ ਨੇ ਕਿਹਾ ਸੀ ਵੀ ਕਿਸਾਨ ਆ ਜਿਹੜਾ ਆਪਦੀਆਂ ਫਸਲਾਂ ਦਾ ਆਪ ਮੁੱਲ ਤੈਅ ਕਰੂਗਾ, ਆਪ ਵੇਚੂਗਾ। ਫਿਰ ਇਹ ਉਹੀ ਆਹੀ ਸੀ, ਆਹੀ ਜਿਹੜਾ ਹੁਣ ਕੁਛ ਹੋਇਆ, ਅੰਦੋਲਨ ਚੱਲਿਆ, ਉਹਨਾਂ ਦੀ ਸੋਚ ਉਹੀ ਜਿਹੜਾ ਉਹਨਾਂ ਨੇ ਗੱਲ ਕਹੀ। ਤੇ ਫਿਰ ਸਾਨੂੰ ਉੱਥੇ ਇਕੱਠ ਦਿਖਾਉਣਾ ਪਿਆ। 84 ਦੇ ਵਿੱਚ ਉਦੋਂ 5-7 ਲੱਖ ਹੈ, ਤਾਂ ਹੁਣ 10 ਲੱਖ ਦਾ ਇਕੱਠ ਦਿਖਾਤਾ। ਉੱਥੇ 20 ਲੱਖ ਸਾਰੇ ਬਲਦ ਦਾ ਇਕੱਠ ਹੋ ਗਿਆ, ਪੂਰੇ ਬਲਦ ਦੇ ਵਿੱਚ ਮੋਰਚਾ ਪਾ ਕੇ। ਸੰਤਾਂ ਦੀ ਸੋਚ ਕੰਮ ਕਰਦੀ ਸੀ। ਤੇ ਗੁਰੂ ਨਾਨਕ ਮਹਾਰਾਜ ਸਭੇ ਸਾਂਝੀਵਾਲ ਸਦਾਨ ਕੋਈ ਨਾ ਸਹਿਬਾਰਾ ਜੀ, ਇਹ ਸਾਰੇ ਸਾਂਝੀਵਾਲ ਦਾ ਉਦੇਸ਼ ਦਿੱਤਾ। ਤੇ ਜਿਹੜਾ ਸੰਵਿਧਾਨ ਭਾਰਤ ਦਾ ਲਿਖਿਆ ਡਾਕਟਰ BR ਅੰਬੇਡਕਰ ਨੇ, ਉਹਨੇ ਵੀ ਸਾਰਿਆਂ ਨੂੰ ਬਰਾਬਰਤਾ ਦੇ ਲਿਆ ਕੇ ਖੜਾ ਕਰਤਾ। ਜਿਨ੍ਹਾਂ ਨੂੰ ਲੋਕ ਮਾੜਾ ਕਹਿੰਦੇ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਉਹਨਾਂ ਨੂੰ ਕਲਗੀਆਂ ਤਲ ਲਾਈ, ਸਾਥੀ ਦੇ ਨਾਲ ਲਾਇਆ। ਗੁਰੂ ਸਾਹਿਬ ਨੇ ਵੀ ਉਹਨਾਂ ਨੂੰ ਖਿਤਾਬ ਬਖਸ਼ੇ, ਉਹੀ ਡਾਕਟਰ BR ਅੰਬੇਡਕਰ ਨੇ ਲਿਖਿਆ ਸੰਵਿਧਾਨ ਦੇ ਵਿੱਚ। ਤੇ ਇਹਨਾਂ ਲੋਕਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਾਰੀਆਂ ਗੁਰੂ ਸਾਹਿਬ ਦੇ ਜਿਹੜਾ ਸਿਧਾਂਤ ਆ ਉਹਦੇ ਨਾਲ ਮੇਲ ਖਾਂਦੇ। ਚੰਗੇ ਲੋਕ ਨੇ ਜਿਹੜੇ, ਆਪਾਂ ਉਹਨਾਂ ਦੇ ਨਾਲ ਚੱਲਣਾ। ਤੇ ਡਾਕਟਰ BR ਅੰਬੇਡਕਰ ਦਾ ਸੰਵਿਧਾਨ ਵੀ ਆਪਾਂ ਬਚਾਉਣਾ। ਅੱਜ ਜਿਹੜੀ RSS ਹੈ, ਮਨੂਵਾਦ ਸਿਮਰਤੀ ਹੈ, BJP ਹੈ, ਇਹ ਜਿਹੜੇ ਸੰਵਿਧਾਨ ਇਹਨੂੰ ਖਤਮ ਕਰਨਾ ਚਾਹੁੰਦੀ ਆ। ਅਸੀਂ ਭਾਰਤ ਦੇ ਵਾਸੀ, ਮੂਲ ਨਿਵਾਸੀ ਹਾਂ, 85% ਲੋਕ ਆ ਇੱਥੋਂ ਦੇ। ਇਹਦੇ ਵਿੱਚ ਸਾਰੇ ਆ ਜਾਂਦੇ, ਅਸੀਂ ਹਿੰਦੂ ਵੀ ਆ ਗਏ, ਮੁਸਲਮਾਨ ਵੀ ਆ ਗਏ, ਸਿੱਖ ਵੀ ਆ ਗਏ, ਸਾਈ ਵੀ ਆ ਗਏ, ਜੈਨੀ ਵੀ ਆ ਗਏ, ਬੋਧੀ ਵੀ ਆ ਗਏ, ਲਿੰਗਾਇਤ ਵੀ ਆ ਗਏ, SC ਵੀ ਆ ਗਏ, OBC ਵੀ ਆ ਗਏ, STF ਸਾਰੇ ਆ ਗਏ, ਜੈਂਟੀ ਵਜੈਂਟੀ ਸਭ ਆ ਗਏ। ਇਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਆ ਗਏ, ਸਾਰੇ ਜਾਤਾਂ ਦੇ ਲੋਕ ਆ ਗਏ। ਫਿਰ 85% ਲੋਕ ਆ। ਜਿੰਨਾ ਚਿਰ ਅਸੀਂ ਸਮਝਦੇ ਨਹੀਂ, ਜਦੋਂ ਸਮਝ ਗਏ ਅਸੀਂ, ਸਾਨੂੰ ਫਿਰ ਪਤਾ ਲੱਗੂਗਾ। ਤੇ ਸਾਨੂੰ ਜਿਹੜੇ ਕੁਛ 15%, 3.5% ਬ੍ਰਾਹਮਣ ਲੋਕ ਬਾਕੀ ਉਹਨਾਂ ਰਲੇ ਹੋਏ ਨੇ, ਕੁੱਲ ਮਿਲਾ ਕੇ 15% ਲੋਕ ਸਾਨੂੰ 85% ਲੋਕਾਂ ਨੂੰ ਦੱਬੀ ਜਾਂਦੇ ਨੇ। ਆਓ ਆਪਾਂ ਰਲ ਕੇ ਹੰਭਲਾ ਮਾਰੀਏ। ਜਿਹੜੇ ਗਰੀਬ ਲੋਕ ਨੇ ਉਹਨਾਂ ਦਾ ਵੀ ਆਪਾਂ ਨੇ ਸੋਚਣਾ ਵਾ, ਉਹਨਾਂ ਦਾ ਵੀ ਹਾਂ ਦਾ ਨਾਰਾ ਜਿਹੜਾ ਹੈ ਨਾ, ਉਹਨਾਂ ਦੀ ਆਵਾਜ਼ ਵੀ ਸੁਣੀ ਜਾਵੇ। ਜਿਹੜੇ ਵਿਤਕਰੇ ਥਾਂ ਪਰ ਥਾਂ ਹੁੰਦੇ ਨੇ, ਕਦੇ ਕਿਸੇ ਨੂੰ ਮਾੜਾ ਬੋਲਿਆ ਜਾਂਦਾ, ਕਦੇ ਕਿਸੇ ਨੂੰ ਗਲਤ ਬੋਲਿਆ ਜਾਂਦਾ, ਉਹ ਨਹੀਂ ਬੋਲਣਾ ਚਾਹੀਦਾ। ਸਾਰੇ ਅਸੀਂ ਗੁਰੂ ਦੇ ਸਿੱਖ ਹਾਂ। ਕੋਈ ਸਿੱਖ ਤਾਂ ਬਣੋ, ਕੋਈ ਸਿੰਘ ਤਾਂ ਬਣ ਕੇ ਦੇਖੋ, ਕੋਈ ਖਾਲਸਾ ਤਾਂ ਬਣੋ। ਹਰੇਕ ਕਹਿੰਦਾ ਫਲਾਨਾ ਜੀ ਗੋਤ ਲਾ ਲਿਆ, ਉਹ ਹੋ ਗਿਆ, ਗਿੱਲ ਹੋ ਗਿਆ, ਦਿਓਲ ਹੋ ਗਿਆ, ਢਿਮਕਾ ਫਲਾਨਾ ਹੋ ਗਿਆ। ਕਦੇ ਕਿਸੇ ਨੇ ਕਿਹਾ ਮੈਂ ਗੁਰੂ ਕਾ ਸਿੱਖ ਹਾਂ? ਅੰਮ੍ਰਿਤ ਛਕ, ਜਿਹਨੇ ਅੰਮ੍ਰਿਤ ਛਕ ਲਿਆ ਗੁਰੂ ਕਾ ਸਿੱਖ ਆ, ਉਹ ਸਿੰਘ ਆ, ਉਹ ਖਾਲਸਾ ਵਾ, ਹੋਰ ਕੁਛ ਨਹੀਂ। ਜਿਹੜੇ ਕੋਈ ਜਾਤ ਗੋਤ ਲਾਉਂਦਾ, ਜਿਹੜਾ ਉੱਚ ਅਹੁਦਾ ਦਾ ਲਾਉਂਦਾ ਆਪਦੇ ਨਾਲ, ਮੈਂ ਕਹਿੰਦਾ ਉਹ ਸਿੱਖ ਹੀ ਨਹੀਂ ਹੈਗੇ। ਉਹਨਾਂ ਦੇ ਹਜੇ ਧੌਣਾਂ ਦੇ ਵਿੱਚ ਕਿਲੇ ਠੁਕੇ ਹੋਏ ਨੇ। ਸਿੱਖ ਲਾਓ, ਮੈਂ ਗੁਰੂ ਕਾ ਨਿਵਾਣਾ ਸਿੱਖ ਹਾਂ, ਮੈਂ ਸਿੰਘ ਹਾਂ, ਗੁਰੂ ਦਾ ਖਾਲਸਾ। ਇਹ ਖਾਲਸੇ ਬਣੋ ਗੁਰੂ ਦੇ, ਫਿਰ ਗੱਲ ਬਣਨੀ ਆ। ਅਸੀਂ ਸਤਿਗੁਰੂ ਮਹਾਰਾਜ ਚਰਨਾਂ ਦੇ ਬੇਨਤੀ ਕਰਾਂਗੇ, ਸੱਚੇ ਪਾਤਸ਼ਾਹ ਜਿਹੜਾ ਤੇਰਾ ਸਿਧਾਂਤ ਆ, ਜਿਹੜੀ ਤੇਰੀ ਦਿੱਤੀ ਹੋਈ ਮਰਜ਼ਾਦਾ, ਅਸੀਂ ਉਹਨੂੰ ਕਾਇਮ ਕਰ ਸਕੀਏ। ਸਾਨੂੰ ਬਲ ਉਦਮ ਬਖਸ਼ ਕਰੋ। ਤੇ ਮੈਂ ਦੇਸ਼ ਵਿਦੇਸ਼ ਵਿੱਚ ਬੈਠੀਆਂ, ਪੰਜਾਬ ਦੇ ਵਿੱਚ ਸੰਗਤ ਬੈਠੀਆਂ ਸਾਰਿਆਂ ਨੂੰ ਬੇਨਤੀ ਕਰੂੰਗਾ, ਤੁਸੀਂ ਸਾਡਾ ਡਟ ਕੇ ਸਾਥ ਦਿਓ। ਜਿਹੜਾ ਅਸੀਂ ਗੁਰੂ ਨਾਨਕ ਦਾ ਮਿਸ਼ਨ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਰਜ਼ਾਦਾ ਤੇ ਸਿਧਾਂਤਾਂ ਨੂੰ, ਉਹਨਾਂ ਨੂੰ ਲਾਗੂ ਕਰਾ ਸਕੀਏ। ਇੰਨੀਆਂ ਮੈਂ ਬੇਨਤੀਆਂ ਕਰਦਾ ਸੰਗਤਾਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।